ਸਭ ਤੋਂ ਪਹਿਲੇ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਬੱਚਿਓ, ਮੈਂ ਪ੍ਰਵੀਨ, ਮੈਥ ਮਿਸਟਰਸ ਗਵਰਨਮੈਂਟ ਮਿਡਲ ਸਕੂਲ ਮੀਰਪੁਰ, ਡਿਸਟ੍ਰਿਕਟ ਗੁਰਦਾਸਪੁਰ। ਮੈਂ ਤੁਹਾਨੂੰ ਅਸਾਈਨਮੈਂਟ 168 क्लास 6वीं और ये जो असाइनमेंट है पढ़ो पंजाब पढ़ाओ पंजाब मैथ टीम ਵੱਲੋਂ ਤਿਆਰ ਕੀਤੀ ਗਈ ਹੈ, ਉਸਨੂੰ ਅੱਜ ਅਸੀਂ ਹੱਲ ਕਰਾਂਗੇ। ਅੱਜ ਦਾ ਜੋ ਸਾਡਾ ਅਸਾਈਨਮੈਂਟ ਦਾ ਟੌਪਿਕ ਹੈ ਉਹ ਹੈ ਅਭਿਆਸ 5.7। ਤੇ ਇਸ ਤੋਂ ਪਹਿਲਾਂ ਕਿ ਅਸੀਂ 5.7 ਨੂੰ ਸੋਲਵ ਕਰੀਏ, ਸਾਰੇ ਬੱਚੇ ਆਪਣੀ ਮੈਥ ਦੀ ਬੁੱਕਸ ਓਪਨ ਕਰੋ। बुक्स का पेज नंबर है बेटा 129, पेज नंबर 129 है। और एक्सरसाइज केड़ी है? एक्सरसाइज है 5.7। अभ्यास 5.7 का अज असी क्वेश्चन नंबर 1, क्वेश्चन 2 ते क्वेश्चन 3 जो है वह हल करांगे। इस दे विच असी चित्रभुजावां दी किस्मां उस दे आधार ते इस अगे अभ्यास नूं सॉल्व करना है। ਤੇ ਪਿਛਲੀ ਜੋ ਸਾਡੀ ਅਸਾਈਨਮੈਂਟ ਸੀ ਉਸ ਦੇ ਵਿੱਚ ਅਸੀਂ ਚਤੁਰਭੁਜ ਅਤੇ ਉਸ ਦੀਆਂ ਕਿਸਮਾਂ ਦੇ ਬਾਰੇ ਪੜ੍ਹਿਆ ਸੀ। ਉਸੇ ਦੇ ਆਧਾਰ ਤੇ ਇਹ ਸਾਰੀ ਜੋ ਐਕਸਰਸਾਈਜ਼ ਅਸੀਂ ਸੋਲਵ ਕਰਨੀ ਹੈ। ਤੇ ਚਲੋ ਪਹਿਲੇ ਇਸ ਨੂੰ ਥੋੜਾ ਰਿਵਾਈਜ਼ ਕਰ ਲੈਂਦੇ ਹਾਂ। ਅਸੀਂ ਪਿਛਲੀ ਅਸਾਈਨਮੈਂਟ ਦੇ ਵਿੱਚ ਕੀ ਪੜ੍ਹਿਆ ਸੀ? ਚਤੁਰਭੁਜ ਅਤੇ ਉਸ ਦੀਆਂ ਕਿਸਮਾਂ। ਚਤੁਰਭੁਜ ਕੁਆਡਰੀਲਿਟਰਲ, ਜਿਸ ਨੂੰ ਅਸੀਂ ਕੁਆਡਰੀਲਿਟਰਲ ਜਾਂ ਚਤੁਰਭੁਜ ਬੋਲਦੇ ਹਾਂ, ਉਹ ਕੀ ਸੀ ਕਿ ਜਦੋਂ 4 ਬਿੰਦੂਆਂ ਨੂੰ ਮਿਲਾ ਕੇ ਇੱਕ ਬੰਦ ਕ੍ਰਿਤੀ ਬਣਦੀ ਹੈ ਜਿਸ ਦੀਆਂ 4 ਭੁਜਾਵਾਂ ਅਤੇ 4 ਕੋਣ ਹੁੰਦੇ ਹਨ, ਤਾਂ ਉਸ ਨੂੰ ਅਸੀਂ ਕੀ ਕਿਹਾ ਸੀ? ਚਤੁਰਭੁਜ। ਤੇ ਚਾਰੇ ਕੋਣਾਂ ਦਾ ਜੋੜਫਲ ਕਿੰਨਾ ਸੀ ਸਾਡੇ ਕੋਲੋਂ? 360 ਡਿਗਰੀ। ਇਸ ਦੇ 2 ਵਿਕਰਨ ਹਨ। ਵਿਕਰਨ ਜੋ ਸਨਮੁਖ ਸ਼ਿਖਰਾਂ ਨੂੰ ਮਿਲਾ ਕੇ ਬਣਦੇ ਸਨ ਉਸ ਨੂੰ ਅਸੀਂ ਕੀ ਕਿਹਾ ਸੀ? ਵਿਕਰਨ। ਕਿਸੇ ਵੀ ਚਤੁਰਭੁਜ ਦੇ ਅੰਦਰੂਨੀ ਭਾਗ ਦੇ ਵਿੱਚ 2 ਵਿਕਰਨ ਹੁੰਦੇ ਸਨ। ਉਸ ਤੋਂ ਬਾਅਦ ਅਸੀਂ ਇਸ ਦੀਆਂ ਵੱਖ-ਵੱਖ ਕਿਸਮਾਂ ਕੀਤੀਆਂ ਸਨ। ਇਸ ਦੀਆਂ ਕੁੱਲ 7 ਕਿਸਮਾਂ ਹਨ। ਕਿੰਨੀਆਂ ਕਿਸਮਾਂ ਹਨ? 7। ਤੇ ਚਲੋ ਵਾਰੀ-ਵਾਰੀ ਅਸੀਂ ਉਹਨਾਂ ਬਾਰੇ ਪੜ੍ਹਦੇ ਹਾਂ। ਪਿਛਲੀ ਅਸਾਈਨਮੈਂਟ ਦੇ ਵਿੱਚ ਅਸੀਂ ਸੈਟ ਸਕੁਏਅਰ ਦੀ ਮਦਦ ਦੇ ਨਾਲ ਇਹਨਾਂ ਦੀ ਕਿਸਮਾਂ ਦੇ ਬਾਰੇ ਪੜ੍ਹਿਆ ਸੀ। ਥੋੜ੍ਹਾ ਜਿਹਾ ਚਲੋ ਅਸੀਂ ਫਿਰ ਰਿਵਾਈਜ਼ ਕਰ ਲੈਂਦੇ ਹਾਂ। ਸਭ ਤੋਂ ਪਹਿਲੇ ਜੋ ਸਾਡੇ ਕੋਲ ਹੈ ਉਹ ਕੀ ਹੈ? ਕਾਈਟ, ਜਿਸ ਨੂੰ ਅਸੀਂ ਪਤੰਗ ਵੀ ਬੋਲਦੇ ਹਾਂ। ਇਸ ਦੇ ਵਿੱਚ ਕੀ ਹੈ ਕਿ ਇਸ ਦੇ ਲਾਗਵੀਆਂ ਭੁਜਾਵਾਂ ਦੇ ਜੋ ਜੋੜੇ ਹਨ ਉਹ ਬਰਾਬਰ ਹੁੰਦੇ ਹਨ। ਲਾਗਵੀਆਂ ਭੁਜਾਵਾਂ ਦੇ ਜੋੜੇ ਬਰਾਬਰ, ਔਰ ਇਸ ਦੇ ਜੋ ਵਿਕਰਨ ਹਨ ਉਹ ਇੱਕ ਦੂਸਰੇ ਨੂੰ 90 ਡਿਗਰੀ ਕੋਣ 'ਤੇ ਕੱਟਦੇ ਹਨ, ਜਾਂ 90 ਡਿਗਰੀ ਕੋਣ 'ਤੇ ਇਹਦੇ ਦੋਨਾਂ ਦੇ ਵਿਚਕਾਰ ਕਿੰਨੇ ਡਿਗਰੀ ਦਾ ਕੋਣ ਬਣ ਰਿਹਾ? 90 ਡਿਗਰੀ ਦਾ। ਨੈਕਸਟ ਹੈ, ਅਗਰ ਅਸੀਂ ਪਤੰਗ ਦੇ ਵਿੱਚ ਕੀ ਸੀ? 2 ਲਾਗਵੀਆਂ ਭੁਜਾਵਾਂ ਦੇ ਜੋੜੇ ਬਰਾਬਰ। ਔਰ ਅਗਰ ਅਸੀਂ ਪਤੰਗ ਨੂੰ ਸਾਰੀਆਂ ਭੁਜਾਵਾਂ ਬਰਾਬਰ ਕਰ ਦਈਏ, ਅਗਰ ਪਤੰਗ ਦੀਆਂ ਸਾਰੀਆਂ ਹੀ ਭੁਜਾਵਾਂ ਬਰਾਬਰ ਕਰ ਦਿੱਤੀਆਂ ਜਾਣ ਤਾਂ ਫਿਰ ਉਹ ਸਾਡੇ ਕੋਲੋਂ ਕੀ ਬਣ ਗਿਆ? ਰੋਮਬਸ, ਸਮਚਤੁਰਭੁਜ। ਰੋਮਬਸ ਜਾਂ ਸਮਚਤੁਰਭੁਜ। ਸਮਚਤੁਰਭੁਜ ਕੀ ਹੈ? ਜਿਸ ਦੀਆਂ ਸਾਰੀਆਂ ਹੀ ਭੁਜਾਵਾਂ ਬਰਾਬਰ ਔਰ ਇਸ ਦੇ ਸਾਰੇ ਹੀ ਕੋਣ ਵੀ ਫਿਰ ਕੀ ਹੋਣਗੇ? ਬਰਾਬਰ ਹੋਣਗੇ। ਇਸ ਦੇ ਵਿਕਰਨ ਇੱਕ ਦੂਸਰੇ ਨੂੰ ਲੰਬ ਸਮਦੋਭਾਜਿਤ ਕਰਨਗੇ। ਲੰਬ ਸਮਦੋਭਾਜਿਤ ਕਿ ਇਹਨਾਂ ਦੇ ਵਿਚਕਾਰ 90 ਡਿਗਰੀ ਦਾ ਕੋਣ ਹੋਵੇਗਾ ਔਰ ਦੋਨੋਂ ਹੀ ਭਾਗ ਕੀ ਹੋਣਗੇ? ਇਸ ਦੇ ਬਰਾਬਰ ਹੋਣਗੇ। ਕਿ ਇਸ ਨੂੰ ਇਸ ਦਾ ਜੋ ਸੈਂਟਰ ਵਾਲਾ ਪੁਆਇੰਟ ਹੈ ਜਿਸ 'ਤੇ ਇਹ ਇੱਕ ਦੂਸਰੇ ਨੂੰ ਕੱਟ ਰਹੇ ਹਨ, ਅਗਰ ਇੱਥੇ ਬਿੰਦੂ A ਹੈ ਔਰ ਇੱਥੇ B ਹੈ ਤਾਂ ਸਾਡੇ ਕੋਲੋਂ ਕੀ ਹੋਏਗਾ? OA ਬਰਾਬਰ OB। ਇਹ ਸੀ ਸਾਡੇ ਕੋਲੋਂ ਸਮਚਤੁਰਭੁਜ ਜਿਸ ਦੀਆਂ ਸਾਰੀਆਂ ਹੀ ਭੁਜਾਵਾਂ ਬਰਾਬਰ ਹੁੰਦੀਆਂ ਹਨ। ਅਗਰ ਅਸੀਂ ਸਮਚਤੁਰਭੁਜ ਦੇ ਹਰੇਕ ਕੋਣ ਨੂੰ 90 ਡਿਗਰੀ ਕਰ ਦਈਏ, ਸਮਚਤੁਰਭੁਜ ਦੇ ਹਰੇਕ ਕੋਣ ਨੂੰ ਅਸੀਂ 90 ਡਿਗਰੀ ਕਰ ਦਿੰਦੇ ਹਾਂ ਤਾਂ ਫਿਰ ਉਹ ਸਾਡੇ ਕੋਲੋਂ ਕੀ ਬਣ ਜਾਏਗਾ? ਵਰਗ ਬਣ ਜਾਏਗਾ। ਵਰਗ ਕੀ ਸੀ? ਜਿਸ ਦੀਆਂ ਸਾਰੀਆਂ ਹੀ ਭੁਜਾਵਾਂ ਬਰਾਬਰ ਔਰ ਉਸ ਦਾ ਹਰੇਕ ਕੋਣ ਜੋ ਹੈ ਉਹ ਕਿੰਨਾ ਹੁੰਦਾ ਹੈ? 90 ਡਿਗਰੀ। ਔਰ ਇਸ ਦੇ ਜੋ ਵਿਕਰਨ ਹਨ
ਉਹ ਦੋਨੋਂ ਹੀ ਕੀ ਹੁੰਦੇ ਹਨ, ਬਰਾਬਰ ਹੁੰਦੇ ਹਨ ਔਰ ਦੋਨੋਂ ਇੱਕ ਦੂਸਰੇ ਤੇ ਪਰਪੈਂਡੀਕੂਲਰ ਹੁੰਦੇ ਹਨ। ਪਰਪੈਂਡੀਕੂਲਰ ਮਤਲਬ ਕਿ 90 ਡਿਗਰੀ ਕੋਣ ਦੇ ਹੁੰਦੇ ਹਨ, ਲੰਬ ਸਮਦੋਭਾਜਿਤ ਹੁੰਦੇ ਹਨ। ਇਹ ਸੀ ਸਾਡੇ ਕੋਲੋਂ ਵਰਗ। ਉਸ ਤੋਂ ਬਾਅਦ ਕਾਈਟ ਤੋਂ ਬਾਅਦ ਦੂਸਰਾ ਹੈ ਅਗਰ ਸਾਡੇ ਕੋਲ ਪੈਰਲਲੋਗ੍ਰਾਮ। ਪੈਰਲਲੋਗ੍ਰਾਮ ਸਮਾਂਤਰ ਚਤੁਰਭੁਜ। ਪੈਰਲਲੋਗ੍ਰਾਮ ਨੂੰ ਅਸੀਂ ਕੀ ਬੋਲਦੇ ਹਾਂ, ਸਮਾਂਤਰ ਚਤੁਰਭੁਜ। ਤੇ ਫਿਰ ਸਮਾਂਤਰ ਚਤੁਰਭੁਜ ਜਾਂ ਪੈਰਲਲੋਗ੍ਰਾਮ ਕੀ ਹੈ, ਜਿਸ ਦੀਆਂ ਸਨਮੁਖ ਭੁਜਾਵਾਂ ਬਰਾਬਰ ਹੋਣ। ਇਹ ਵਾਲੀ ਭੁਜਾ ਇਸ ਦੇ ਬਰਾਬਰ ਔਰ ਇਹ ਵਾਲੀ ਭੁਜਾ ਇਸ ਦੇ ਬਰਾਬਰ, ਔਰ ਇਸ ਦੇ ਸਨਮੁਖ ਕੋਣ ਵੀ ਬਰਾਬਰ ਹੁੰਦੇ ਹਨ। ਤੇ ਅਸੀਂ ਸਾਡੇ ਕੋਲੋਂ ਸਮਾਂਤਰ ਚਤੁਰਭੁਜ। ਅਗਰ ਅਸੀਂ ਸਮਾਂਤਰ ਚਤੁਰਭੁਜ ਨੂੰ ਹਰੇਕ ਕੋਣ ਨੂੰ 90 ਡਿਗਰੀ ਕਰ ਦਿੰਦੇ ਹਾਂ, ਸਮਾਂਤਰ ਚਤੁਰਭੁਜ ਦੇ ਵਿੱਚ ਅਗਰ ਸਾਡੇ ਕੋਲੋਂ ਕੋਣ ਵੀ 90 ਡਿਗਰੀ ਆ ਜਾਂਦਾ ਹੈ ਤਾਂ ਫਿਰ ਉਹ ਸਾਡੇ ਕੋਲੋਂ ਕੀ ਬਣ ਗਿਆ, ਰੈਕਟੈਂਗਲ ਜਾਂ ਆਇਤ। ਆਇਤ ਕੀ ਹੈ, ਜਿਸ ਦੀਆਂ ਸਨਮੁਖ ਭੁਜਾਵਾਂ ਬਰਾਬਰ, ਹਰੇਕ ਕੋਣ 90 ਡਿਗਰੀ ਔਰ ਇਸ ਦੇ ਜੋ ਵਿਕਰਨ ਹਨ ਉਹ ਕੀ ਹਨ, ਇੱਕ ਦੂਸਰੇ ਨੂੰ ਸਮਦੋਭਾਜਿਤ ਕਰਦੇ ਹਨ, ਦੋ ਬਰਾਬਰ ਭਾਗਾਂ ਦੇ ਵਿੱਚ ਵੰਡਦੇ ਹਨ। ਇਸੇ ਪ੍ਰਕਾਰ ਅਗਰ ਅਸੀਂ ਆਇਤ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਕਰ ਦਈਏ ਤਾਂ ਫਿਰ ਉਹ ਸਾਡੇ ਕੋਲੋਂ ਕੀ ਬਣ ਜਾਏਗਾ, ਸਾਰੀਆਂ ਭੁਜਾਵਾਂ ਬਰਾਬਰ ਕਰਨ ਤੇ ਫਿਰ ਉਹ ਸਾਡੇ ਕੋਲੋਂ ਵਰਗ ਬਣ ਜਾਏਗਾ। ਵਰਗ ਜਿਸ ਦੇ ਬਾਰੇ ਅਸੀਂ ਪਹਿਲਾਂ ਵੀ ਪੜ੍ਹਿਆ ਹੈ, ਜਿਸ ਦੀਆਂ ਸਾਰੀਆਂ ਹੀ ਭੁਜਾਵਾਂ ਬਰਾਬਰ ਹੁੰਦੀਆਂ ਹਨ ਔਰ ਹਰੇਕ ਕੋਣ 90 ਡਿਗਰੀ ਦਾ ਹੈ। ਉਸ ਤੋਂ ਬਾਅਦ ਹੈ ਟ੍ਰਿਪੇਜ਼ੋਇਡ। ਟ੍ਰਿਪੇਜ਼ੋਇਡ ਜਾਂ ਸਮਲੰਬ ਚਤੁਰਭੁਜ। ਸਮਲੰਬ ਚਤੁਰਭੁਜ ਕੀ ਸੀ, ਜਿਸ ਦੇ ਵਿੱਚ ਇੱਕ ਹੀ ਜੋੜਾ ਸਮਾਂਤਰ ਹੁੰਦਾ ਹੈ, ਬਾਕੀ ਦੋਨੋਂ ਭੁਜਾਵਾਂ ਜੋ ਹੈ ਉਹ ਸਮਾਂਤਰ ਨਹੀਂ ਹੁੰਦੀਆਂ ਹਨ, ਅਸਮਾਂਤਰ ਹਨ। ਇੱਕ ਜੋੜਾ ਸਮਾਂਤਰ ਤੇ ਇਹਨਾਂ ਦੀ ਜਿਹੜੀ ਵਿਚਕਾਰਲੀ ਦੂਰੀ ਹੈ ਉਹ ਕੀ ਹੁੰਦੀ ਹੈ, ਬਰਾਬਰ ਹੁੰਦੀ ਹੈ। ਇਹ ਸੀ ਸਾਡੇ ਕੋਲੋਂ ਸਮਲੰਬ ਚਤੁਰਭੁਜ। ਸਮਲੰਬ ਚਤੁਰਭੁਜ ਦੇ ਵਿੱਚ ਆਈਸੋਸੇਲਿਸ ਟ੍ਰਿਪੇਜ਼ੋਇਡ, ਦੋ ਭੁਜੀ ਸਮਲੰਬ ਚਤੁਰਭੁਜ ਕਿਹੜਾ ਹੈ, ਜਿਸ ਦੇ ਵਿੱਚ ਇੱਕ ਜੋੜਾ ਜੋ ਹੈ ਉਹ ਸਮਾਂਤਰ ਹੋਵੇਗਾ, ਉਹ ਦੂਸਰੀਆਂ ਜੋ ਦੋ ਭੁਜਾਵਾਂ ਸਨ ਉਹ ਕੀ ਹੋਣਗੀਆਂ, ਬਰਾਬਰ ਲੰਬਾਈ ਦੀਆਂ। ਇਹ ਵਾਲੀ ਔਰ ਇਹ ਭੁਜਾ ਸਮਾਂਤਰ ਨਹੀਂ ਹੈ ਪਰ ਕੀ ਹੋਣਗੀਆਂ, ਬਰਾਬਰ ਲੰਬਾਈ ਦੀਆਂ ਹੋਣਗੀਆਂ। ਇਹ ਸੀ ਸਾਡੇ ਕੋਲ ਆਈਸੋਸੇਲਿਸ ਟ੍ਰਿਪੇਜ਼ੋਇਡ। ਇਸ ਪ੍ਰਕਾਰ ਅਸੀਂ ਚਤੁਰਭੁਜ ਦੀਆਂ ਕੁੱਲ ਕਿੰਨੀਆਂ ਕਿਸਮਾਂ ਬਾਰੇ ਪੜ੍ਹਿਆ ਹੈ, 7। ਸਾਡੇ ਕੋਲ ਇਹਦੇ ਵਿੱਚ ਚਤੁਰਭੁਜਾਂ ਦੀਆਂ 7 ਕਿਸਮਾਂ ਆ ਗਈਆਂ। ਕਿਹੜੀ ਕਿਹੜੀ ਆ ਗਈ, ਪਹਿਲੀ ਸੀ ਕਾਈਟ, ਪਤੰਗ, ਜਿਸ ਦੀਆਂ ਲਾਗਵੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ। ਸਮਾਂਤਰ ਚਤੁਰਭੁਜ, ਜਿਸ ਦੀਆਂ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ। ਔਰ ਟ੍ਰਿਪੇਜ਼ੋਇਡ ਜਾਂ ਸਮਲੰਬ ਚਤੁਰਭੁਜ, ਜਿਹਦੇ ਵਿੱਚ ਇੱਕ ਹੀ ਜੋੜਾ ਸਮਾਂਤਰ ਹੁੰਦਾ ਹੈ। ਰੋਮਬਸ ਸਮ ਚਤੁਰਭੁਜ, ਜਿਸ ਦੀਆਂ ਸਾਰੀਆਂ ਹੀ ਭੁਜਾਵਾਂ ਬਰਾਬਰ ਹੁੰਦੀਆਂ ਹਨ। ਆਇਤ, ਜਿਸ ਦੀਆਂ ਸਨਮੁਖ ਭੁਜਾਵਾਂ ਬਰਾਬਰ ਔਰ ਹਰੇਕ ਕੋਣ 90 ਡਿਗਰੀ ਦਾ ਹੈ। ਔਰ ਉਸ ਤੋਂ ਬਾਅਦ ਸਕੁਏਅਰ ਹੈ, ਸਕੁਏਅਰ ਵਰਗ, ਜਿਸ ਦੀਆਂ ਸਾਰੀਆਂ ਹੀ ਭੁਜਾਵਾਂ ਕੀ ਹਨ, ਬਰਾਬਰ ਔਰ ਹਰੇਕ ਕੋਣ 90 ਡਿਗਰੀ ਦਾ। ਇਹਨਾਂ ਚਤੁਰਭੁਜਾਵਾਂ ਦੀ ਕਿਸਮਾਂ ਦੇ ਆਧਾਰ 'ਤੇ ਅੱਜ ਅਸੀਂ ਆਪਣੀ ਅਸਾਈਨਮੈਂਟ ਜੋ ਹੈ ਉਹਨੂੰ ਸੋਲਵ ਕਰਨਾ ਹੈ। ਤੇ ਚਲੋ ਆਪਣੇ ਬੁੱਕਸ ਤੋਂ ਫਸਟ ਕੁਐਸਚਨ 5.7 ਐਕਸਰਸਾਈਜ਼ ਦਾ ਕੱਢੋ। ਪਹਿਲਾ ਕੁਐਸਚਨ ਹੈ, ਸੱਚ ਜਾਂ ਝੂਠ ਲਿਖੋ, ਟਰੂ ਔਰ ਫਾਲਸ ਹੈ। ਪਹਿਲਾ ਕੀ ਹੈ, ਆਇਤ ਦਾ ਹਰੇਕ ਕੋਣ ਸਮਕੋਣ ਹੁੰਦਾ ਹੈ। ਤਾਂ ਕੀ ਆਏਗਾ ਇਹਦਾ ਆਨਸਰ ਸਾਡੇ ਕੋਲੋਂ, ਸੱਚ, ਟਰੂ ਹੈ। ਕਿਉਂ, ਕਿਉਂਕਿ ਸਾਨੂੰ ਹੁਣੇ ਅਸੀਂ ਪੜ੍ਹਿਆ ਹੈ ਕਿ ਆਇਤ ਕੀ ਹੈ, ਜਿਸ ਦੀਆਂ ਸਨਮੁਖ ਭੁਜਾਵਾਂ ਬਰਾਬਰ ਔਰ ਹਰੇਕ ਕੋਣ ਜੋ ਹੈ ਉਸਦਾ ਕਿੰਨਾ ਹੋਏਗਾ, 90 ਡਿਗਰੀ ਜਾਂ ਸਮਕੋਣ ਹੁੰਦਾ ਹੈ। ਦੂਸਰਾ ਆ ਗਿਆ ਆਪਸ਼ਨ ਬੀ, ਆਇਤ ਦੀਆਂ ਸਨਮੁਖ ਭੁਜਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ। ਬਿਲਕੁਲ ਠੀਕ ਹੈ, ਵੀ ਟਰੂ। ਤੀਸਰਾ ਹੈ, ਵਰਗ ਦੇ ਵਿਕਰਨ ਇੱਕ ਦੂਜੇ ਉੱਤੇ ਲੰਬ ਹੁੰਦੇ ਹਨ। ਇਹ ਵੀ ਸਾਡੇ ਕੋਲ ਆਪਸ਼ਨ ਕੀ ਆ ਜਾਏਗੀ, ਠੀਕ ਆ ਜਾਏਗੀ, ਸੱਚ ਆ ਜਾਏਗੀ। ਕਿਉਂ, ਕਿਉਂਕਿ ਜਦੋਂ ਵਰਗ ਹੈ ਉਸ ਦੀਆਂ ਸਾਰੀਆਂ ਹੀ ਭੁਜਾਵਾਂ ਸਾਡੇ ਕੋਲੋਂ ਕੀ ਹੁੰਦੀਆਂ ਹਨ, ਬਰਾਬਰ ਹੁੰਦੀਆਂ ਹਨ ਔਰ ਉਸਦੇ ਵਿਕਰਨ ਵੀ ਬਰਾਬਰ ਹੁੰਦੇ ਹਨ ਔਰ ਜੋ ਉਸਦੇ ਵਿਕਰਨ ਹੈ ਉਹ ਇੱਕ ਦੂਸਰੇ ਨੂੰ ਲੰਬ ਸਮਦੋਭਾਜਿਤ ਕਰਦੇ ਹਨ, 90 ਡਿਗਰੀ ਤੇ ਬਰਾਬਰ ਭਾਗਾਂ ਵਿੱਚ ਵੰਡਦੇ ਹਨ। ਤਾਂ ਫਿਰ ਇਹਦਾ ਮਤਲਬ ਹੈ ਕਿ ਵਰਗ ਦੇ ਵਿਕਰਨ ਇੱਕ ਦੂਜੇ ਉੱਤੇ ਲੰਬ ਹੁੰਦੇ ਹਨ। ਨੈਕਸਟ ਆ ਗਿਆ ਡੀ, ਸਮ ਚਤੁਰਭੁਜ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਲੰਬਾਈ ਦੀਆਂ ਹੁੰਦੀਆਂ ਹਨ। ਸਮ, ਇਹ ਵੀ ਕੀ ਆਏਗਾ, ਸਹੀ ਆਏਗਾ ਆਪਸ਼ਨ। ਕਿਉਂ, ਕਿਉਂਕਿ ਸਮ
ਦਾ ਮਤਲਬ ਬਰਾਬਰ, ਚਤੁਰਭੁਜ ਮਤਲਬ ਚਾਰ ਭੁਜਾਵਾਂ। ਤੇ ਫਿਰ ਸਾਡੇ ਕੋਲੋਂ ਸਮ ਚਤੁਰਭੁਜ ਕੀ ਹੋ ਗਿਆ? ਉਹ ਚਾਰ ਭੁਜਾਵਾਂ ਵਾਲਾ ਬਹੁਭੁਜ ਜਿਸ ਦੀਆਂ ਸਾਰੀਆਂ ਹੀ ਭੁਜਾਵਾਂ ਬਰਾਬਰ ਹੁੰਦੀਆਂ ਹਨ। ਤੇ ਫਿਰ ਇਹ ਸਾਡੇ ਕੋਲੋਂ ਕੀ ਹੋਏਗਾ? AB ਬਰਾਬਰ BC ਬਰਾਬਰ CD ਬਰਾਬਰ AD। ਸਾਰੀਆਂ ਹੀ ਭੁਜਾਵਾਂ ਕੀ ਹੋਣਗੀਆਂ? ਸਾਡੇ ਕੋਲੋਂ ਬਰਾਬਰ ਹੋਣਗੀਆਂ। ਨੈਕਸਟ ਆ ਗਿਆ E। ਸਮਾਂਤਰ ਚਤੁਰਭੁਜ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਲੰਬਾਈ ਦੀਆਂ ਹੁੰਦੀਆਂ ਹਨ। ਸਮਾਂਤਰ ਚਤੁਰਭੁਜ। ਤੇ ਬੱਚਿਓ ਸਮਾਂਤਰ ਚਤੁਰਭੁਜ ਕੀ ਸੀ? ਸਮਾਂਤਰ ਚਤੁਰਭੁਜ ਵਿੱਚ ਅਸੀਂ ਕੀ ਪੜ੍ਹਿਆ ਸੀ ਕਿ ਅਗਰ ABC ਆਪਸ਼ਨ E ਹੈ, ABCD ਸਮਾਂਤਰ ਚਤੁਰਭੁਜ ਹੈ, ਪਰ ਇਸ ਦੇ ਵਿੱਚ ਸਿਰਫ ਸਨਮੁਖ ਭੁਜਾਵਾਂ ਜੋ ਹੈ ਉਹ ਬਰਾਬਰ ਸੀ। ਤੇ ਫਿਰ ਇਹ ਆਪਸ਼ਨ ਸਾਡੇ ਕੋਲ ਕੀ ਆ ਜਾਏਗੀ? ਝੂਠ, ਗਲਤ ਆ ਜਾਏਗੀ। ਕਿਉਂ? ਕਿਉਂਕਿ ਸਮਾਂਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਬਰਾਬਰ ਲੰਬਾਈ ਦੀਆਂ ਹੁੰਦੀਆਂ ਹਨ। ਸਾਰੀਆਂ ਭੁਜਾਵਾਂ ਬਰਾਬਰ ਲੰਬਾਈ ਦੀਆਂ ਨਹੀਂ ਹੁੰਦੀਆਂ। ਨੈਕਸਟ ਆ ਗਿਆ F। ਸਮਲੰਬ ਦੀਆਂ ਸਨਮੁਖ ਭੁਜਾਵਾਂ ਸਮਾਂਤਰ ਹੁੰਦੀਆਂ ਹਨ। ਸਮਲੰਬ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ। ਤੇ ਸਮਲੰਬ ਚਤੁਰਭੁਜ ਕੀ ਹੈ? ਸਮਲੰਬ ਚਤੁਰਭੁਜ ਉਹ ਹੈ ਜਿਸ ਦਾ ਬਸ ਇੱਕ ਹੀ ਜੋੜਾ ਜੋ ਹੈ ਉਹ ਸਮਾਂਤਰ ਹੁੰਦਾ ਹੈ ਸਨਮੁਖ ਭੁਜਾ ਦਾ। ਬਾਕੀ ਦੂਸਰੀਆਂ ਜੋ ਭੁਜਾਵਾਂ ਹੈ ਉਹ ਉਸਦੀਆਂ ਸਮਾਂਤਰ ਨਹੀਂ ਹੁੰਦੀਆਂ। ਤੇ ਇਸ ਲਈ ਇਸਦਾ ਆਨਸਰ ਸਾਡੇ ਕੋਲੋਂ ਕੀ ਹੋਏਗਾ? ਗਲਤ ਆ ਜਾਏਗਾ। ਕਿਉਂ? ਕਿਉਂਕਿ ਸਮਲੰਬ ਚਤੁਰਭੁਜ ਦਾ ਕੋਈ ਇੱਕ ਸਨਮੁਖ ਭੁਜਾਵਾਂ ਦਾ ਜੋੜਾ ਸਮਾਂਤਰ ਹੁੰਦਾ ਹੈ। ਇਹ ਸੀ ਸਾਡੇ ਕੋਲ ਕੁਐਸਚਨ ਨੰਬਰ 1, ਟਰੂ ਔਰ ਫਾਲਸ। ਨੈਕਸਟ ਆ ਗਿਆ ਕੁਐਸਚਨ ਨੰਬਰ 2। ਹੇਠਾਂ ਲਿਖਿਆਂ ਦੇ ਲਈ ਕਾਰਨ ਦੱਸੋ। ਪਹਿਲਾ ਹੈ A। ਵਰਗ ਨੂੰ ਇੱਕ ਵਿਸ਼ੇਸ਼ ਪ੍ਰਕਾਰ ਦੀ ਆਇਤ ਸਮਝਿਆ ਜਾ ਸਕਦਾ ਹੈ। ਬਿਲਕੁਲ ਠੀਕ। ਕਿਉਂ? ਕਿਉਂਕਿ ਆਇਤ ਜੋ ਹੈ ਉਸ ਦੀਆਂ ਸਨਮੁਖ ਭੁਜਾਵਾਂ ਬਰਾਬਰ ਔਰ ਹਰੇਕ ਕੋਣ ਕਿੰਨਾ ਹੁੰਦਾ ਹੈ? 90 ਡਿਗਰੀ ਦਾ। ਪਰ ਅਗਰ ਅਸੀਂ ਵਰਗ ਦੀਆਂ ਸਾਰੀਆਂ ਹੀ ਭੁਜਾਵਾਂ, ਆਇਤ ਦੀਆਂ ਸਾਰੀਆਂ ਹੀ ਭੁਜਾਵਾਂ ਬਰਾਬਰ ਹੋ ਜਾਣ ਤਾਂ ਫਿਰ ਉਹ ਸਾਡੇ ਕੋਲੋਂ ਕੀ ਬਣ ਜਾਏਗਾ? ਵਰਗ ਬਣ ਜਾਏਗਾ। ਤੇ ਇਸ ਪ੍ਰਕਾਰ ਫਿਰ ਵਰਗ ਨੂੰ ਅਸੀਂ ਇੱਕ ਪ੍ਰਕਾਰ ਦੀ ਆਇਤ ਵੀ ਸਮਝਿਆ ਜਾ ਸਕਦਾ ਹੈ। ਕਿਉਂ? ਕਿਉਂਕਿ ਆਇਤ ਦੀਆਂ ਸਨਮੁਖ ਭੁਜਾਵਾਂ ਬਰਾਬਰ ਔਰ ਵਰਗ ਦੀਆਂ ਵੀ ਸਨਮੁਖ ਭੁਜਾਵਾਂ ਬਰਾਬਰ। ਆਇਤ ਦਾ ਹਰੇਕ ਕੋਣ 90 ਡਿਗਰੀ, ਵਰਗ ਦਾ ਵੀ ਹਰੇਕ ਕੋਣ 90 ਡਿਗਰੀ ਹੁੰਦਾ ਹੈ। ਤਾਂ ਫਿਰ ਅਸੀਂ ਆਇਤ ਨੂੰ, ਵਰਗ ਨੂੰ ਵੀ ਇੱਕ ਵਿਸ਼ੇਸ਼ ਪ੍ਰਕਾਰ ਦਾ ਆਇਤ ਸਮਝ ਸਕਦੇ ਹਾਂ। ਨੈਕਸਟ ਆ ਗਿਆ B। ਆਇਤ ਨੂੰ ਇੱਕ ਵਿਸ਼ੇਸ਼ ਪ੍ਰਕਾਰ ਦੀ ਸਮਾਂਤਰ ਚਤੁਰਭੁਜ ਸਮਝਿਆ ਜਾ ਸਕਦਾ ਹੈ। ਇਹ ਵੀ ਬਿਲਕੁਲ ਠੀਕ ਹੈ। ਕਿਉਂਕਿ ਸਮਾਂਤਰ ਚਤੁਰਭੁਜ ਔਰ ਆਇਤ ਦੇ ਵਿੱਚ ਕੀ ਫਰਕ ਹੈ ਬੇਟਾ? ਸਮਾਂਤਰ ਚਤੁਰਭੁਜ ਵਿੱਚ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ ਔਰ ਆਇਤ ਦੇ ਵਿੱਚ ਵੀ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਹਨ। ਬਸ ਆਇਤ ਦੇ ਵਿੱਚ ਕੀ ਹੈ? ਹਰੇਕ ਕੋਣ ਜੋ ਹੈ ਉਹ ਸਾਡੇ ਕੋਲੋਂ ਕਿੰਨਾ ਹੁੰਦਾ ਹੈ? 90 ਡਿਗਰੀ ਦਾ। ਔਰ ਅਗਰ ਅਸੀਂ ਸਮਾਂਤਰ ਚਤੁਰਭੁਜ ਵਿੱਚ ਹਰੇਕ ਕੋਣ ਨੂੰ 90 ਡਿਗਰੀ ਦਾ ਬਣਾ ਦਈਏ ਤਾਂ ਫਿਰ ਉਹ ਸਾਡੇ ਕੋਲੋਂ ਕੀ ਬਣ ਜਾਂਦੀ ਹੈ? ਇੱਕ ਆਇਤ ਬਣ ਜਾਂਦੀ ਹੈ। ਜਦੋਂ ਸਮਾਂਤਰ ਚਤੁਰਭੁਜ ਦਾ ਹਰੇਕ ਕੋਣ ਇੱਕ ਸਮਕੋਣ ਹੁੰਦਾ ਹੈ ਤਾਂ ਉਹ ਇੱਕ ਆਇਤ ਬਣ ਜਾਂਦੀ ਹੈ। ਤਾਂ ਫਿਰ ਅਸੀਂ ਆਇਤ ਨੂੰ ਵੀ ਸਮਾਂਤਰ ਚਤੁਰਭੁਜ ਕਹਿ ਸਕਦੇ ਹਾਂ। ਨੈਕਸਟ ਆ ਗਿਆ ਆਪਸ਼ਨ C। ਵਰਗ ਨੂੰ ਇੱਕ ਵਿਸ਼ੇਸ਼ ਪ੍ਰਕਾਰ ਦੀ ਸਮ ਚਤੁਰਭੁਜ ਸਮਝਿਆ ਜਾ ਸਕਦਾ ਹੈ। ਬਿਲਕੁਲ ਠੀਕ। ਕਿਉਂਕਿ ਵਰਗ ਦੇ ਵਿੱਚ ਸਾਰੀਆਂ ਹੀ ਭੁਜਾਵਾਂ ਬਰਾਬਰ, ਸਮਾਂਤਰ ਚਤੁਰਭੁਜ ਦੇ ਵਿੱਚ ਵੀ ਸਾਰੀਆਂ ਭੁਜਾਵਾਂ ਬਰਾਬਰ। ਅਗਰ ਅਸੀਂ ਸਮ ਚਤੁਰਭੁਜ ਦਾ ਹਰੇਕ ਕੋਣ ਜੋ ਹੈ ਉਸਨੂੰ 90 ਡਿਗਰੀ ਬਣਾ ਦਈਏ ਤਾਂ ਫਿਰ ਉਹ ਸਾਡੇ ਕੋਲੋਂ ਵੀ ਕੀ ਬਣ ਜਾਂਦਾ? ਇੱਕ ਵਿਸ਼ੇਸ਼ ਪ੍ਰਕਾਰ ਦਾ ਵਰਗ ਬਣ ਜਾਏਗਾ। ਇਸ ਨੂੰ ਥੋੜਾ ਜਿਹਾ ਫਿਰ ਤੋਂ ਰਿਵਾਈਜ਼ ਕਰ ਲਈਏ ਕਿ ਵਰਗ ਤੋਂ ਆਇਤ, ਵਰਗ ਨੂੰ ਆਇਤ ਵੀ ਸਮਝਿਆ ਜਾ ਸਕਦਾ ਹੈ। ਦੂਸਰਾ ਹੈ ਅਗਰ ਅਸੀਂ ਆਇਤ ਨੂੰ ਸਮਾਂਤਰ ਚਤੁਰਭੁਜ ਨੂੰ ਆਇਤ 'ਚ ਕਨਵਰਟ ਕਰਨਾ ਹੈ ਤਾਂ ਸਾਨੂੰ ਸਮਾਂਤਰ ਚਤੁਰਭੁਜ ਦੇ ਹਰੇਕ ਕੋਣ ਨੂੰ ਕਿੰਨਾ ਡਿਗਰੀ ਦਾ ਬਣਾਉਣਾ ਪਏਗਾ? 90 ਡਿਗਰੀ ਦਾ। ਅਗਰ ਸਾਡੇ ਕੋਲੋਂ ਸਮਾਂਤਰ ਚਤੁਰਭੁਜ ਦਾ ਹਰੇਕ ਕੋਣ ਜੋ ਹੈ ਉਹ 90 ਡਿਗਰੀ ਬਣ ਜੇ ਤੇ ਫਿਰ ਸਾਡੇ ਕੋਲੋਂ ਕੀ ਆ ਜਾਏਗਾ? ਉਹ ਕੀ ਬਣ ਜਾਏਗਾ? ਇੱਕ ਆਇਤ ਬਣ ਜਾਏਗਾ। ਇਸੇ ਪ੍ਰਕਾਰ ਅਗਰ ਸਮ ਚਤੁਰਭੁਜ ਦਾ ਹਰੇਕ ਕੋਣ ਜੋ ਹੈ ਉਹ ਸਾਡੇ ਕੋਲੋਂ 90 ਡਿਗਰੀ ਬਣ ਜੇ ਤਾਂ ਫਿਰ ਉਹ ਸਾਡੇ ਕੋਲੋਂ ਕੀ ਬਣ ਜਾਏਗਾ? ਇੱਕ ਵਰਗ ਬਣ ਜਾਏਗਾ। ਨੈਕਸਟ ਆ ਗਿਆ D। ਵਰਗ, ਆਇਤ ਅਤੇ ਸਮਾਂਤਰ ਚਤੁਰਭੁਜ ਵਿੱਚੋਂ ਹਰੇਕ ਇੱਕ ਚਤੁਰਭੁਜ ਵੀ ਹੈ। ਬਿਲਕੁਲ। ਕਿਉਂਕਿ ਵਰਗ ਵੀ ਚਾਰ ਭੁਜਾਵਾਂ ਵਾਲਾ ਚਤੁਰਭੁਜ ਹੈ
ਬਹੁਭੁਜ ਹੈ ਜਿਸ ਦੀਆਂ 4 ਭੁਜਾਵਾਂ ਹੁੰਦੀਆਂ ਹਨ। ਇਸੇ ਪ੍ਰਕਾਰ ਆਇਤ ਦੀਆਂ ਵੀ 4 ਭੁਜਾਵਾਂ ਹੁੰਦੀਆਂ ਹਨ ਔਰ ਸਮਾਂਤਰ ਚਤੁਰਭੁਜ ਦੀਆਂ ਵੀ 4 ਭੁਜਾਵਾਂ ਹੁੰਦੀਆਂ ਹਨ। ਔਰ 4 ਭੁਜਾਵਾਂ ਵਾਲੇ ਬਹੁਭੁਜ ਨੂੰ ਅਸੀਂ ਕੀ ਕਹਿੰਦੇ ਹਾਂ? ਚਤੁਰਭੁਜ। ਇਸ ਲਈ ਤਿੰਨੋਂ ਹੀ ਆਕ੍ਰਿਤੀਆਂ ਜੋ ਹਨ ਸਾਡੇ ਕੋਲੋਂ ਚਤੁਰਭੁਜ ਦੀਆਂ ਹਨ। ਨੈਕਸਟ ਆ ਗਿਆ ਈ। ਵਰਗ ਇੱਕ ਸਮਾਂਤਰ ਚਤੁਰਭੁਜ ਹੈ। ਵਰਗ ਇੱਕ ਸਮਾਂਤਰ ਚਤੁਰਭੁਜ ਹੈ। ਤੇ ਦੇਖੋ ਬਿਲਕੁਲ ਠੀਕ ਹੈ। ਵਰਗ ਦੀਆਂ ਸਨਮੁਖ ਭੁਜਾਵਾਂ ਸਮਾਂਤਰ ਹੁੰਦੀਆਂ ਹਨ ਔਰ ਇਸ ਲਈ ਇਹ ਸਮਾਂਤਰ ਚਤੁਰਭੁਜ ਹੈ। ਕਿਉਂਕਿ ਸਮਾਂਤਰ ਚਤੁਰਭੁਜ 'ਚ ਅਸੀਂ ਕੀ ਕਿਹਾ ਸੀ? ਉਹ ਚਤੁਰਭੁਜ ਜਿਸ ਦੀਆਂ ਸਨਮੁਖ ਭੁਜਾਵਾਂ ਸਮਾਂਤਰ ਹੁੰਦੀਆਂ ਹਨ, ਉਹ ਸਾਡੇ ਕੋਲੋਂ ਕੀ ਸੀ? ਸਮਾਂਤਰ ਚਤੁਰਭੁਜ। ਤੇ ਇਸ ਲਈ ਫਿਰ ਉਹ ਵਰਗ ਵੀ ਹੈ। ਨੈਕਸਟ ਆ ਗਿਆ ਕੁਐਸਚਨ ਨੰਬਰ 3। ਇੱਕ ਬਹੁਭੁਜ ਸਮ ਹੁੰਦਾ ਹੈ ਜੇਕਰ ਇਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੋਣ ਅਤੇ ਸਾਰੇ ਕੋਣ ਬਰਾਬਰ ਹੋਣ। ਕੀ ਤੁਸੀਂ ਸਮ ਚਤੁਰਭੁਜ ਦੀ ਪਹਿਚਾਣ ਕਰ ਸਕਦੇ ਹੋ? ਦੇਖੋ ਤੁਹਾਨੂੰ ਮੈਂ ਸ਼ੁਰੂ ਤੋਂ ਹੀ ਦੱਸਦੀ ਆ ਰਹੀ ਹਾਂ ਕਿ ਬੇਟਾ ਸਮ ਦਾ ਮਤਲਬ ਕੀ ਹੁੰਦਾ ਹੈ? ਸਮ ਦਾ ਮਤਲਬ ਹੈ ਬਰਾਬਰ। ਭੁਜ ਦੇ ਅੱਗੇ ਅਗਰ ਸਮ ਹੈ ਤਾਂ ਇਹਦਾ ਮਤਲਬ ਹੈ ਕਿ ਉਹ ਜੋ ਵੀ ਬਹੁਭੁਜ ਹੋਏਗਾ, ਚਾਹੇ 3 ਭੁਜਾਵਾਂ ਵਾਲਾ, ਚਾਹੇ 4, ਚਾਹੇ 5, ਉਸ ਦੀਆਂ ਸਾਰੀਆਂ ਹੀ ਭੁਜਾਵਾਂ ਕੀ ਹੋਣਗੀਆਂ? ਬਰਾਬਰ ਲੰਬਾਈ ਦੀਆਂ ਹੋਣਗੀਆਂ। ਤਾਂ ਫਿਰ ਅਸੀਂ ਕੋਈ ਇਸ ਪ੍ਰਕਾਰ ਦਾ ਬਹੁਭੁਜ ਦੇਖਣਾ ਹੈ ਜੋ ਸਮ ਹੈ ਔਰ ਉਸ ਦੀਆਂ ਸਾਰੀਆਂ ਹੀ ਭੁਜਾਵਾਂ ਬਰਾਬਰ ਔਰ ਸਾਰੇ ਕੋਣ ਬਰਾਬਰ ਹੋਣ। ਤਾਂ ਉਹ ਫਿਰ ਸਾਡੇ ਕੋਲੋਂ ਕੀ ਆ ਜਾਏਗਾ? ਇੱਕ ਵਰਗ ਆਏਗਾ। ਕਿਉਂਕਿ ਵਰਗ ਦੀਆਂ ਸਾਰੀਆਂ ਹੀ ਭੁਜਾਵਾਂ ਕੀ ਹੁੰਦੀਆਂ ਹਨ? ਬਰਾਬਰ ਹੁੰਦੀਆਂ ਹਨ ਔਰ ਸਾਰੇ ਹੀ ਕੋਣ ਜੋ ਹਨ ਉਹ ਬਰਾਬਰ ਹੁੰਦੇ ਹਨ। ਇਸ ਲਈ ਵਰਗ ਇੱਕ ਸਮ ਬਹੁਭੁਜ ਹੈ ਜਿਸ ਦੀਆਂ 4 ਭੁਜਾਵਾਂ ਹੁੰਦੀਆਂ ਹਨ। ਇਹ ਸੀ ਸਾਡੇ ਕੋਲੋਂ ਐਕਸਰਸਾਈਜ਼ 5.7 ਦਾ ਕੁਐਸਚਨ ਨੰਬਰ 1, 2 ਅਤੇ 3 ਜਿਸ ਨੂੰ ਅਸੀਂ ਸੋਲਵ ਕੀਤਾ ਹੈ। ਨੈਕਸਟ ਅਸੀਂ ਆਪਣੇ ਪੰਜਾਬ ਅਚੀਵਮੈਂਟ ਸਰਵੇ ਨਾਲ ਸੰਬੰਧਿਤ ਸਵਾਲ ਦੇਖਦੇ ਹਾਂ। ਕੁਐਸਚਨ ਨੰਬਰ 1 ਹੈ, ਹੇਠਾਂ ਲਿਖਿਆਂ ਵਿੱਚੋਂ ਕਿਹੜੀ ਚਤੁਰਭੁਜ ਸਮ ਚਤੁਰਭੁਜ ਹੈ? ਤਾਂ ਸਮ ਚਤੁਰਭੁਜ ਕਿਹੜੀ ਹੈ? ਜਿਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ। ਜੋ ਹੁਣੇ ਅਸੀਂ ਕੁਐਸਚਨ ਨੰਬਰ 3 'ਚ ਪੜ੍ਹਿਆ ਹੈ। ਤਾਂ ਇਸ ਦਾ ਸਹੀ ਜਵਾਬ ਫਿਰ ਸਾਡੇ ਕੋਲੋਂ ਕੀ ਹੋਏਗਾ? ਵਰਗ। ਕਿਉਂਕਿ ਵਰਗ ਦੀਆਂ ਸਾਰੀਆਂ ਹੀ ਭੁਜਾਵਾਂ ਬਰਾਬਰ ਔਰ ਸਾਰੇ ਹੀ ਕੋਣ ਜੋ ਹਨ ਉਹ ਵੀ ਬਰਾਬਰ ਹੁੰਦੇ ਹਨ। ਹਰੇਕ ਕੋਣ 90 ਡਿਗਰੀ ਦਾ ਹੁੰਦਾ ਹੈ। ਨੈਕਸਟ ਆ ਗਿਆ ਕੁਐਸਚਨ ਨੰਬਰ 2। ਹੇਠਾਂ ਲਿਖਿਆਂ ਵਿੱਚੋਂ ਕਿਹੜੇ ਚਤੁਰਭੁਜ ਦਾ ਸਨਮੁਖ ਭੁਜਾਵਾਂ ਦਾ ਇੱਕ ਜੋੜਾ ਸਮਾਂਤਰ ਹੁੰਦਾ ਹੈ? ਤੇ ਪਹਿਲੀ ਆਪਸ਼ਨ ਕੀ ਹੈ? ਸਮ ਚਤੁਰਭੁਜ। ਸਮ ਚਤੁਰਭੁਜ ਵਿੱਚ ਅਸੀਂ ਕੀ ਕਿਹਾ ਸੀ? ਕਿ ਜਿਸ ਦੀਆਂ ਸਾਰੀਆਂ ਹੀ ਭੁਜਾਵਾਂ ਬਰਾਬਰ। ਬੀ ਆਪਸ਼ਨ ਹੈ ਸਮਲੰਬ ਚਤੁਰਭੁਜ। ਤਾਂ ਫਿਰ ਸਮਲੰਬ ਚਤੁਰਭੁਜ ਵਿੱਚ ਅਸੀਂ ਕੀ ਪੜ੍ਹਿਆ ਸੀ? ਕਿ ਜਿਸ ਦਾ ਬਸ ਇੱਕ ਹੀ ਸਨਮੁਖ ਜੋੜਾ ਜੋ ਹੈ ਉਹ ਸਮਾਂਤਰ ਹੁੰਦਾ ਹੈ। ਏ ਬੀ ਸਮਾਂਤਰ ਸੀ ਡੀ ਹੈ। ਇਸ ਦੇ ਵਿੱਚ ਸਾਡੇ ਕੋਲ ਕੀ ਹੈ? ਡਾਇਗਰਾਮ ਏ ਬੀ ਸੀ ਡੀ ਚਤੁਰਭੁਜ ਦੇ ਵਿੱਚ ਏ ਬੀ ਸਮਾਂਤਰ ਸੀ ਡੀ ਇੱਕ ਜੋੜਾ ਸਮਾਂਤਰ ਹੈ। ਏ ਡੀ ਸਮਾਂਤਰ ਬੀ ਸੀ ਨਹੀਂ ਹੈ। ਇਸ ਲਈ ਫਿਰ ਸਾਡੇ ਕੋਲ ਇਹ ਕੀ ਹੋਏਗਾ? ਸਮਲੰਬ ਚਤੁਰਭੁਜ ਜਿਸ ਦਾ ਇੱਕ ਹੀ ਜੋੜਾ ਸਮਾਂਤਰ ਹੁੰਦਾ ਹੈ। ਸੋ ਪਿਆਰੇ ਬੱਚਿਓ, ਇਹ ਸਾਰੀ ਅਸਾਈਨਮੈਂਟ ਨੂੰ ਤੁਸੀਂ ਆਪਣੀ ਮੈਥ ਦੀ ਕਾਪੀ 'ਤੇ ਨੋਟ ਕਰਨਾ ਹੈ ਔਰ ਇਸ ਦੀ ਅੱਛੀ ਤਰ੍ਹਾਂ ਰਿਵੀਜ਼ਨ ਕਰਨੀ ਹੈ ਤਾਂ ਜੋ ਤੁਸੀਂ ਮੈਥ ਦੇ ਨਾਲ ਆਪਣੇ ਜਿੰਨੇ ਵੀ ਟੈਸਟ ਪੇਪਰ ਵਗੈਰਾ ਹੋਣੇ ਹੈ ਉਹ ਤੁਸੀਂ ਬੜੇ ਆਸਾਨੀ ਦੇ ਨਾਲ ਕਰ ਸਕਦੇ ਹੋ। ਔਰ ਪੈਸ ਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਆ ਉਸ ਨੂੰ ਤੁਸੀਂ ਬਹੁਤ ਧਿਆਨ ਨਾਲ ਪੜ੍ਹਨਾ ਹੈ ਕਿਉਂਕਿ ਤੁਸੀਂ ਪੈਸ ਦੇ ਕੁਐਸਚਨਸ ਦੇ ਆਧਾਰ 'ਤੇ ਹੀ ਆਪਣੇ ਜੋ ਪੈਸ ਦਾ ਪੇਪਰ ਹੈ ਉਹ ਦੇਣਾ ਹੈ। ਸੋ ਇਹ ਸੀ ਤੁਹਾਡੀ ਅਸਾਈਨਮੈਂਟ 168। ਤੇ ਇੱਕ ਰਿਕੁਐਸਟ ਹੋ ਰਿਹਾ ਹੈ ਕਿ ਸਾਰੇ ਹੀ ਬੱਚੇ ਇਸ ਚੈਨਲ ਨੂੰ ਜ਼ਰੂਰ ਹੀ ਸਬਸਕ੍ਰਾਈਬ ਕਰਨ ਤਾਂ ਜੋ ਤੁਹਾਨੂੰ ਇਸ ਦੀ ਹਰ ਇੱਕ ਜੋ ਅਸਾਈਨਮੈਂਟ ਦੀ ਵੀਡੀਓ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ। ਤੁਸੀਂ ਕੀ ਕਰਨਾ ਹੈ? ਇਸ ਦੀ ਅਸਾਈਨਮੈਂਟ ਨੂੰ ਓਪਨ ਕਰਨ ਤੋਂ ਬਾਅਦ YouTube ਦੇ ਲਿੰਕ 'ਤੇ ਜਾਣਾ ਹੈ ਔਰ ਉਸ ਤੋਂ ਬਾਅਦ ਤੁਸੀਂ ਸਬਸਕ੍ਰਾਈਬ ਦੇ ਬਟਨ 'ਤੇ ਕਲਿੱਕ ਕਰਨਾ ਹੈ। Thank you. Have a nice day.